लेकिन 6 ਲੇਨ ਵਿੱਚ ਆਪਣਾ ਗੁਰਦੁਆਰਾ ਸਾਹਿਬ ਜਿਹੜਾ ਹੈ 900 ਵਰਗ ਮੀਟਰ ਜਾ ਰਿਹਾ ਹੈ। ਇਹ ਲੋਕਾਂ ਦਾ ਜਿਹੜਾ ਇਤਨੇ ਸਾਲ ਪੈਸੇ ਕਮਾ ਕੇ ਲੋਕਾਂ ਨੇ ਜਗ੍ਹਾ ਬਣਾਈਆਂ ਨੇ, ਕੋਈ ਧੰਦੇ ਕਰ ਰਹੇ ਨੇ, ਮੁੜ ਕੇ ਦੁਬਾਰਾ ਖੜੇ ਹੋਣ ਜੋਗੇ ਹੈ ਨਹੀਂ ਹੈ। ਬਹੁਤ ਜ਼ਿਆਦਾ ਗੁਰਦੁਆਰਾ ਫਿਰ ਸਾਰਾ ਹੀ ਖਤਮ ਹੈ। ਗੁਰਦੁਆਰਾ ਵੀ ਖਤਮ ਹੈ ਔਰ ਸਾਡੇ ਕੋਲ ਦੁਬਾਰਾ ਮੌਕੇ ਤੇ ਜਗ੍ਹਾ ਵੀ ਨਹੀਂ ਹੈ। ਰਾਮਗੜ੍ਹ ਦੇ ਵਿੱਚ ਗੁਰਦੁਆਰਾ ਬਣਨ ਦੀ ਦੁਬਾਰਾ ਉਮੀਦ ਵੀ ਨਹੀਂ ਹੈਗੀ ਹੈ, ਕਿਉਂਕਿ ਇਤਨੀ ਵੱਡੀ ਜਗ੍ਹਾ। ਤੁਸੀਂ ਤੇ ਮੀਟਰਾਂ ਦੀ ਗੱਲ ਕਰਦੇ ਹੋ, ਮੀਟਰ ਕੋਈ ਕੱਪੜੇ ਥੋੜਾ ਨਾ ਆਪਣੇ ਨੇ ਇੱਥੇ। ਜੀ ਦੇਖੋ ਜੀ, ਪਾਕਿਸਤਾਨ ਤੋਂ ਆਏ ਤੇ ਮਿਹਨਤਾਂ ਕਰਕੇ ਅਸਾਂ ਜਗ੍ਹਾ ਬਣਾਈਆਂ, ਮੁਸ਼ਕਲਾਂ ਨਾਲ ਹੁਣ ਸੈੱਟ ਹੋਏ ਸੀ, ਹੁਣ ਸਾਨੂੰ ਫਿਰ ਉਜਾੜ ਰਹੇ ਨੇ। ਇਸ ਵਾਸਤੇ ਗੱਲ ਹੈ ਪੈਸਿਆਂ ਦੀ ਨਹੀਂ ਹੈ, 3-4-5 ਕਰੋੜ ਦੀ ਗੱਲ ਨਹੀਂ ਹੈ। ਇਸ ਦੇ ਨਾਲ ਜਿਹੜੇ ਸਿੱਖ ਨੇ ਇਹਨਾਂ ਦੀਆਂ ਆਪਣੀਆਂ ਔਰ ਜੇ ਤੁਹਾਡੀ ਇਹ ਮੰਗਾਂ ਜੋ ਤੁਸੀਂ ਮੰਗ ਰਹੇ ਹੋ ਬਾਈਪਾਸ ਦੀ ਅਗਰ ਪੂਰੀ ਨਹੀਂ ਹੁੰਦੀ, ਸਰਕਾਰ नहीं ਮੰਨਦੀ ਔਰ ਜ਼ਬਰਦਸਤੀ ਇੱਥੇ ਬਣਾਉਂਦੀ ਹੈ ਤੇ ਕੀ ਕਰੋਗੇ ਫਿਰ? ਅਸੀਂ ਜੀ ਉਹ ਕੁਝ ਕਰਾਂਗੇ ਜੋ ਐਮਐਲਏ ਐਮਪੀ ਦੇ ਚੁਣਾਵ ਵਿੱਚ ਜਿੱਤਾਂ ਦੀ ਟਰਾਲੀਆਂ ਭਰ ਕੇ ਲੈ ਜਾਂਦੇ ਆ ना, इससे तो दोबारा आ जाएंगे। गुरुद्वारा साहब, नरसिंह भगवान का मंदिर में पर ये ओवरब्रिज के लिए प्रस्ताव लेकर आ रहे हैं। हमें ओवरब्रिज नहीं चाहिए, हमें अंडरपास एफिशिएंट है। अगर गुड़गांव जिस व्यक्ति ने अपने जीवन की जमा पूंजी खुद को परिवार खड़े करने में लगा दी और उसको करने में लगा दी, वो व्यक्ति रोड पर आ जाएगा, उसका कोई अस्तित्व नहीं बचेगा। देखो मैं खुला बता दूं आपको, हम दिल्ली गए, व्यापारी ही गए थे, 4-5 ही लोग गए थे, ज़्यादा नहीं गए। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਅਫਵਾਹ ਸੁਣ ਰਹੇ ਸੀ ਕਿ ਰਾਮਗੜ੍ਹ ਜੋ ਕਿ ਅਲਵਰ ਜ਼ਿਲ੍ਹੇ ਵਿੱਚ ਹੈ, ਇਸ ਦਾ ਗੁਰਦੁਆਰਾ ਟੁੱਟੇਗਾ। ਇੱਕ ਹਾਸੋਹੀਣੀ ਜੀ ਗੱਲ ਲੱਗਦੀ ਸੀ ਕਿ ਐਸਾ ਪੋਸੀਬਲ ਕਿਵੇਂ ਹੈ। ਪਰ ਜਦੋਂ ਇਸ ਲਗਾਤਾਰ ਸੋਸ਼ਲ ਮੀਡੀਆ ਤੇ ਅਤੇ ਗਰੁੱਪ ਵਿੱਚ ਜੋ ਮੈਨੂੰ ਜੋੜਿਆ ਗਿਆ, ਉੱਥੇ ਮੈਂ ਜਦੋਂ ਡਿਸਕਸ਼ਨ ਵੇਖੀ ਤੇ ਮੈਨੂੰ ਲੱਗਾ ਕਿ ਵਾਸਤਵ 'ਚ ਕਿਤੇ ਨਾ ਕਿਤੇ ਮੁੱਦਾ ਸੀਰੀਅਸ ਹੈ, ਗੰਭੀਰ ਹੈ। ਔਰ ਉਸ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਰਾਮਗੜ੍ਹ ਗੁਰਦੁਆਰਾ ਸਾਹਿਬ ਵਿਖੇ। ਨਾਲ ਪ੍ਰਧਾਨ ਸਾਹਿਬ ਖੜੇ ਨੇ ਔਰ ਗੁਰਦੁਆਰਾ ਕਿਉਂ ਟੁੱਟੇਗਾ, ਐਸਾ ਕੀ ਕਾਰਨ ਹੈ, ਸਾਰੀ ਗੱਲ ਜਾਣਾਂਗੇ। ਪ੍ਰਧਾਨ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਧਾਨ ਸਾਹਿਬ, ਐਸਾ ਕਿਉਂ ਆ ਰਿਹਾ ਹੈ ਸੋਸ਼ਲ ਮੀਡੀਆ ਤੇ ਗੁਰਦੁਆਰਾ ਟੁੱਟੇਗਾ? ਇਹ ਤੇ ਬਹੁਤ ਸਾਲਾਂ ਤੋਂ ਸੁਣ ਰਹੇ ਸੀ ਕਿ ਵੀ ਇੱਥੇ ਉਹ ਐਕਸਪ੍ਰੈਸ ਹਾਈਵੇ ਨਿਕਲੇਗਾ, ਲੇਕਿਨ ਹੁਣ ਜੋ ਹੈ ਉਹ 6 ਲੇਨ ਦੀ ਉਹਨਾਂ ਦੀ ਪਲਾਨਿੰਗ ਹੈ। ਲੇਕਿਨ 6 ਲੇਨ ਵਿੱਚ ਆਪਣਾ ਗੁਰਦੁਆਰਾ ਸਾਹਿਬ ਜਿਹੜਾ ਹੈ 900 ਵਰਗ ਮੀਟਰ ਜਾ ਰਿਹਾ ਹੈ। ਲੇਕਿਨ ਹੋਰ ਵੀ ਸਾਰੇ ਦੁਕਾਨਦਾਰ ਬਹੁਤ ਬੇਰੋਜ਼ਗਾਰ ਹੋ ਜਾਣਗੇ। ਇਸ ਕਰਕੇ ਅਸੀਂ ਇਹ ਸੋਚ ਰਹੇ ਹਾਂ ਕਿ ਐਕਸਪ੍ਰੈਸ ਜਿਹੜਾ ਹੈ ਉਹ ਬਾਹਰੋਂ ਬਾਈਪਾਸ ਨਿਕਲਣਾ ਚਾਹੀਦਾ ਹੈ। ਪ੍ਰਧਾਨ ਸਾਹਿਬ, 900 ਵਰਗ ਮੀਟਰ ਜਗ੍ਹਾ ਤੁਸੀਂ ਦੱਸ ਰਹੇ ਹੋ ਜਾ ਰਹੀ ਹੈ ਗੁਰਦੁਆਰਾ ਸਾਹਿਬ ਦੀ, ਤੇ ਟੋਟਲ ਹੈ ਕਿੰਨੀ ਹੈ ਕੁਛ ਅੰਦਾਜ਼ਾ? ਲਗਭਗ ਕਿੰਨੀ ਹੈ ਆਪਣੀ, ਕਿੰਨੇ ਪਰਸੈਂਟ ਜਾ ਰਹੀ ਹੈ? 50% ਹੀ ਜਾ ਰਹੀ ਹੈ। ਅੱਧੀ ਜ਼ਮੀਨ ਜਾ ਰਹੀ ਹੈ। ਅੱਧੀ ਜ਼ਮੀਨ ਜਾ ਰਹੀ ਹੈ। ਸਾਧ ਸੰਗਤ ਜੀ, ਬੜੀ ਵੱਡੀ ਜਗ੍ਹਾ ਵਿੱਚ ਗੁਰਦੁਆਰਾ ਸਾਹਿਬ ਬਣਿਆ, ਆਪ ਜੀ ਨੇ ਦੇਖਿਆ ਹੀ ਹੋਣਾ, ਤੇ ਅਸੀਂ ਉਹ ਨਾਪਿਆ ਵੀ, ਆਪ ਜੀ ਉਹ ਨਪਾਈ ਵੇਖੋ ਪੂਰੀ, ਤੇ ਕਿਸ ਤਰ੍ਹਾਂ ਨਾਪਿਆ। सौ 175 है, 175 फीट ते ये जगह आ रही है, 175 फुट से, और 75 फुट ਤੇ ਗੋਲਕ ਆ ਗਈ, मतलब गोलक आ गई 175 जी। और हाले भी 250 फुट 100 फुट हो रहा है, 25 फुट एक और 46 फुट एक अगे तक साफ है सब। 25 और 46 71 मीटर और, हाँ 71 फुट सॉरी, यानी कि 246 फीट है टोटल अच्छा ਜਿਹੜਾ ਜਾਏਗਾ। ਹਾਲਾਂਕਿ ਅੱਜ ਨਹੀਂ ਜਾਏਗਾ, ਅੱਜ ਤੇ ਉਹ ਸਿਰਫ 40 ਮੀਟਰ ਲੈ ਰਹੇ ਨੇ। 40 मीटर मतलब कितने फुट हो गया? 40 ਮੀਟਰ ਦਾ ਹੋ ਗਿਆ 4 ਤੇ 130 ਫੁੱਟ ਅੱਜ ਦੀ ਡੇਟ ਵਿੱਚ ਇੱਥੇ ਤੱਕ ਜਾਏਗਾ, ਯਾਨੀ ਕਿ ਪੂਰਾ ਬਰਾਂਡਾ ਖਤਮ ਕਿੱਥੇ ਤੱਕ ਜਾਏਗਾ ਇਹ? ਔਰ ਆਉਣ ਵਾਲੇ 2-4 ਸਾਲਾਂ ਬਾਅਦ ਸਭ ਕੁਝ ਸਾਫ਼। ਤੇ ਆਪ ਜੀ ਜਿਵੇਂ ਦੇਖਿਆ ਕਿ ਗੁਰਦੁਆਰਾ ਲਗਭਗ ਜੋ ਗੋਲਕ ਤੱਕ ਅਸੀਂ ਜਗ੍ਹਾ ਨਾਪੀ ਹੈ, ਗੋਲਕ ਤੱਕ ਦੀ ਜਗ੍ਹਾ ਇਹ ਜੋ ਜਾ ਰਹੀ ਹੈ, ਅਗਰ ਰੋਡ ਬੜਾ ਚੌੜਾ ਹੁੰਦਾ ਹੈ ਤੇ ਪ੍ਰਧਾਨ ਸਾਹਿਬ ਕਹਿੰਦੇ ਨੇ ਰੋਡ ਚੌੜਾ ਅਗਰ ਹੋਏਗਾ ਤੇ ਕੁਝ ਵਿਕਾਸ ਹੋ ਰਿਹਾ ਇਸ ਵਿੱਚ ਫਿਰ? ਨਾ ਜੀ, ਇਹ ਵਿਕਾਸ ਨਹੀਂ ਹੈ, ਇਹ ਤੇ ਉਲਟਾ ਨੁਕਸਾਨ ਹੈ। ਇਸ ਕਰਕੇ ਸਾਡਾ ਸਾਰਿਆਂ ਦਾ ਇਹ ਵਿਚਾਰ ਹੈ ਕਿ ਬਾਈਪਾਸ ਨਿਕਲਣਾ ਚਾਹੀਦਾ ਹੈ। ਵੀਰ ਜੀ, ਮੇਰਾ ਤੇ ਇਹ ਵਿਚਾਰ ਹੈ ਕਿ ਰਾਮਗੜ੍ਹ ਦਾ ਜਿਹੜਾ ਏਰੀਆ ਹੈ ਨਾ, ਇਹ ਰੇਲਵੇ ਫਾਟਕ ਤੋਂ ਲੈ ਕੇ ਅੱਗੇ ਗੋਬਿੰਦਗੜ੍ਹ ਮੋੜ ਤੋਂ ਵੀ ਅੱਗੇ ਤੱਕ ਜਿੰਨੀ ਵੀ ਮਾਰਕੀਟ ਹੈ, ਇੱਕ ਤੇ ਕੰਪਲੀਟ ਮਾਰਕੀਟ ਸਾਫ਼ ਹੋਏਗੀ, ਕਿਉਂਕਿ ਫਿਲਹਾਲ ਇਹ ਮਾਰਕੀਟ ਮਾਤਰ ਸੈਂਟਰ ਤੋਂ 50 ਫੀਟ ਤੇ ਹੈ। ਜਦੋਂ ਲੋਕਾਂ ਨੇ ਰਜਿਸਟਰੀਆਂ ਕਰਵਾਈਆਂ, ਜਦੋਂ ਲੋਕਾਂ ਨੇ ਬਣਾਇਆ, ਗਵਰਨਮੈਂਟ ਨੇ ਇਸੇ ਹਿਸਾਬ ਨਾਲ ਕੀਤੀਆਂ। ਔਰ ਅੱਜ ਜਿਹੜਾ ਇਹ ਕੱਢ ਰਹੇ ਨੇ 75 ਮੀਟਰ ਵੀ ਦੁਕਾਨਦਾਰ ਵੀ ਸਾਫ਼ ਨੇ, ਔਰ ਦੁਕਾਨਦਾਰ ਤੋਂ ਪਿੱਛੇ ਦੇ ਕਾਫੀ 4-4 5-5 ਪਲੋਟ ਤੱਕ ਖਤਮ ਨੇ। ਤੇ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਅਗਰ ਇਸ ਨੂੰ ਬਾਈਪਾਸ ਕੱਢਿਆ ਜਾਏ ਤੇ ਇਹ ਲੋਕਾਂ ਦਾ ਜਿਹੜਾ ਇਤਨੇ ਸਾਲ ਪੈਸੇ ਕਮਾ ਕੇ ਲੋਕਾਂ ਨੇ ਜਗ੍ਹਾ ਬਣਾਈਆਂ ਨੇ, ਕੋਈ ਧੰਦੇ ਕਰ ਰਹੇ ਨੇ,
ਮੁੜ ਕੇ ਦੁਬਾਰਾ ਖੜੇ ਹੋਣ ਜੋਗੇ ਹੈ ਨਹੀਂ ਹੈ। ਪਿੱਛੇ ਇੱਕ ਯਾਦਵ ਮੰਦਿਰ ਹੈ, ਭਲਾਈ ਮੰਦਿਰ ਹੈਗਾ, ਅੱਗੇ ਸ਼ਨੀ ਮਹਾਰਾਜ ਜੀ ਦਾ ਮੰਦਿਰ ਹੈਗਾ, ਕ੍ਰਿਸ਼ਨ ਮੰਦਿਰ ਹੈਗਾ, ਅੱਗੇ ਥੋੜਾ ਜਿਹਾ ਅੱਗੇ ਜਾ ਕੇ ਭਾਵ ਸਿੱਧਾ ਮੰਦਿਰ ਹੈਗਾ। ਇਸ ਤਰ੍ਹਾਂ ਕਰਕੇ ਧਾਰਮਿਕ ਸਥਲ ਦੀਆਂ ਬਹੁਤ ਜਗ੍ਹਾਵਾਂ ਵੀ ਜਾ ਰਹੀਆਂ ਨੇ। ਇੱਥੇ ਨਾਭੀ ਦੇ ਗੁਰੂ ਸਾਹਿਬ ਦਾ ਜੋ ਸਰੂਪ ਹੈ ਇਸ ਤੋਂ ਪਿੱਛੇ ਜਗ੍ਹਾ ਜਾ ਰਹੀ ਜੀ ਹੈ। ਹਾਂ, ਬਹੁਤ ਜ਼ਿਆਦਾ। ਤੇ ਗੁਰਦੁਆਰਾ ਫਿਰ ਸਾਰਾ ਹੀ ਖਤਮ ਹੈ। ਗੁਰਦੁਆਰਾ ਵੀ ਖਤਮ ਹੈ ਔਰ ਸਾਡੇ ਕੋਲ ਦੁਬਾਰਾ ਮੌਕੇ ਤੇ ਜਗ੍ਹਾ ਵੀ ਨਹੀਂ ਹੈ ਔਰ ਸਿੱਖ ਸੰਗਤ ਬਹੁਤ ਜ਼ਿਆਦਾ ਹੈ। ਰਾਮਗੜ੍ਹ ਦੇ ਵਿੱਚ ਗੁਰਦੁਆਰਾ ਬਣਨ ਦੀ ਦੁਬਾਰਾ ਉਮੀਦ ਵੀ ਨਹੀਂ ਹੈਗੀ ਹੈ, ਕਿਉਂਕਿ ਇਤਨੀ ਵੱਡੀ ਜਗ੍ਹਾ ਹੈ ਵੀ ਨਹੀਂ, ਕਿਧਰੇ ਵੀ ਨਹੀਂ ਹੈ। ਤੇ ਇਸ ਕਰਕੇ ਅਸੀਂ ਬੇਨਤੀ ਕਰਨਾ ਚਾਹੁੰਦੇ ਅਗਰ ਮੈਂ ਰੁਪਏ ਵਿੱਚ ਗੱਲ ਕਰਾਂ, ਕਿੰਨੇ ਲੱਖ ਦਾ ਨੁਕਸਾਨ ਸਮਝਦੇ ਹੋ? ਬਿਲਡਿੰਗ ਕਾਫੀ ਬਣੀ ਹੈ, ਉੱਪਰ ਸਕੂਲ ਬਣਿਆ ਹੈ, ਥੱਲੇ ਦੁਕਾਨਾਂ, ਕਿੰਨੀਆਂ ਦੁਕਾਨਾਂ ਨੇ, ਕੁਛ ਹੈ ਗਿਣਤੀ? 27 ਦੁਕਾਨਾਂ ਟੁੱਟਣਗੀਆਂ ਗੁਰਦੁਆਰਾ ਸਾਹਿਬ ਦੀਆਂ, ਤੇ ਬਹੁਤ ਬੜਾ ਨੁਕਸਾਨ ਹੈ। ਅਗਰ ਇੱਕ ਦੁਕਾਨ ਦੀ ਕੀਮਤ ਆਪਾਂ 10 ਲੱਖ ਵੀ ਮੰਨੀਏ ਤੇ ਕਰੋੜਾਂ ਤੱਕ ਮਾਮਲਾ ਜਾਂਦਾ ਹੈ। ਕਰੀਬ ਜ਼ਿਆਦਾ ਹੈਗਾ ਨੁਕਸਾਨ ਇਹਦੇ ਵਿੱਚ, ਕਰੀਬ 3-4 ਕਰੋੜ ਦੇ ਕਰੀਬ ਮੰਨ ਕੇ ਚੱਲੋ ਇਸ ਗੁਰਦੁਆਰਾ ਦਾ ਨੁਕਸਾਨ। ਹਾਂਜੀ, ਔਰ ਗੁਰਦੁਆਰਾ ਉਸ ਤੋਂ ਬਾਅਦ ਫਿਰ ਅਲਟਰਨੇਟ ਕੋਈ ਨਹੀਂ ਹੈ। ਔਰ ਮੈਨੂੰ ਇਹ ਤੇ ਪੱਕਾ ਪਤਾ ਕਿ ਗੁਰਦੁਆਰਾ ਸਾਹਿਬ ਰਾਮਗੜ੍ਹ ਵਿੱਚ ਇੱਕੋ ਹੀ ਹੈ, ਦੂਜਾ ਗੁਰਦੁਆਰਾ ਸਾਹਿਬ ਵੀ ਨਹੀਂ ਹੈ। ਅਗਰ ਗੁਰਦੁਆਰਾ ਸਾਹਿਬ ਟੁੱਟਦਾ ਹੈ, ਰੱਬ ਨਾ ਕਰੇ ਐਸਾ ਪੋਸੀਬਲ ਨਹੀਂ ਹੋਏਗਾ, ਅਗਰ ਟੁੱਟਦਾ ਹੈ ਤੇ ਮਤਲਬ ਮੱਥਾ ਟੇਕਣ ਦੀ ਜਗ੍ਹਾ ਬਚਦੀ ਨਹੀਂ ਇੱਥੇ ਰਾਮਗੜ੍ਹ ਵਿੱਚ। ਇਹ ਹਾਲਾਤ ਨੇ। ਅਫਵਾਹ ਕੋਈ ਨਹੀਂ ਜੀ, ਇਹ ਕੋਈ ਰਾਮਗੜ੍ਹ ਸਪੈਸ਼ਲ ਦੌੜਾ ਹੈ। ਉਹ ਤੇ ਕੋਰਟ ਦੇ ਆਰਡਰ ਨੇ, ਜਿੱਥੇ ਜਿੱਥੇ ਉਹ ਆਰਡਰ ਨੇ ਉਹ ਤਾਂ ਸਾਰੇ ਹੀ ਟੁੱਟੇ ਹੋਣਗੇ। ਨਹੀਂ ਬਾਈਪਾਸ ਹੋਣਾ ਚਾਹੀਦਾ, ਟੁੱਟਣਾ ਕਿਉਂ ਚਾਹੀਦਾ ਹੈ? ਇੱਥੇ ਆਮ ਦੁਕਾਨਾਂ 50 ਫੁੱਟ ਤੇ ਬਣੀਆਂ ਹੋਈਆਂ ਨੇ ਜੀ। ਅਗਰ ਅਸੀਂ 75 ਫੁੱਟ ਵੀ ਲੈਂਦੇ ਹਾਂ ਤੇ 25 ਫੁੱਟ ਦੀਆਂ ਸਾਰੀਆਂ ਦੁਕਾਨਾਂ ਖਤਮ ਨੇ। ਤੁਸੀਂ ਤੇ ਮੀਟਰਾਂ ਦੀ ਗੱਲ ਕਰਦੇ ਹੋ, ਮੀਟਰ ਕੋਈ ਕੱਪੜੇ ਥੋੜਾ ਨਾ ਆਪਣੇ ਨੇ ਇੱਥੇ, ਇਹ ਤਾਂ ਫੁੱਟਾਂ ਵਿੱਚ ਗੱਲ ਕਰੋ। ਸਾਸਕਾ ਜੀ ਬਿਲਕੁਲ ਸਹੀ ਗੱਲ ਕਹਿ ਰਹੇ ਨੇ। ਹਾਲਾਤ ਬਹੁਤ ਮਾੜੇ ਲੱਗਦੇ ਨੇ ਇਸ ਹਿਸਾਬ ਨਾਲ, ਲੇਕਿਨ ਮੰਦਿਰ ਵੀ ਜਾ ਰਹੇ ਨੇ, ਗੁਰਦੁਆਰੇ ਵੀ ਜਾ ਰਹੇ ਨੇ। ਲੇਕਿਨ ਆਪਾਂ ਗੱਲ ਕਰੀਏ ਗੁਰਦੁਆਰਾ ਸਾਹਿਬ ਦੀ, ਸਾਸਕਾ ਜੀ ਇਤਨਾ ਵੱਡਾ ਗੁਰਦੁਆਰਾ ਇਸ ਰਾਮਗੜ੍ਹ ਤਹਿਸੀਲ ਦੇ ਅੰਦਰ ਦੂਜਾ ਹੋਰ ਕੋਈ ਨਹੀਂ ਹੈ। ਔਰ ਉਹ ਬਣਿਆ ਹੈ ਕਾਫੀ ਲਾਗਤ, ਹੁਣ ਬਰਾਂਡਾ ਨਵਾਂ ਲੈਂਟਰ ਪਾਇਆ, ਬਾਹਰ ਟੀਨ ਸ਼ੈਡ ਪਾਇਆ ਹੈ। ਔਰ ਇਹ ਕਮੇਟੀ ਲਗਾਤਾਰ ਕੋਈ ਨਾ ਕੋਈ ਕੰਸਟਰਕਸ਼ਨ ਦਾ ਕੰਮ ਕਰਦੀ ਰਹਿੰਦੀ ਹੈ, ਹੋਰ ਨਾਲ ਦੀ ਜ਼ਮੀਨ ਲੈਂਦੀ ਰਹਿੰਦੀ ਹੈ। ਜੋ ਲੋਕ ਵੇਚਦੇ ਨੇ, ਜੋ ਲੋਕ ਜਾਣਾ ਚਾਹੁੰਦੇ ਨੇ, ਇਹਦੀ ਕੋਸ਼ਿਸ਼ ਪੂਰੀ ਮਤਲਬ ਕਿ ਡਿਵੈਲਪਮੈਂਟ ਦੀ ਰਹਿੰਦੀ ਹੈ। ਲੇਕਿਨ ਇਹ ਜੋ ਆਇਆ ਹੈ, ਇਹਨੇ ਲਗਾ ਲਓ ਸਾਰੇ ਨੂੰ ਜਿਵੇਂ ਜ਼ੀਰੋ ਕਰ ਦਿੱਤਾ, ਖਤਮ ਕਰ ਦਿੱਤਾ। ਇਹ ਸਾਰੇ ਆਹਤ ਨੇ, ਸਾਰੇ ਚਾਹੁੰਦੇ ਨੇ ਕਿ ਇਹ ਬੇਨਤੀ ਕਰਦੇ ਨੇ ਸਰਕਾਰ ਨੂੰ ਵੀ ਇਸ ਵੀਡੀਓ ਰਾਹੀਂ ਕਿ इधर एक बाईपास निकाला जाए, यही मांगे आप जी दी। इधर सिर्फ बाईपास, और कोई अल्टरनेट नहीं, ना कोई अंडरपास, ना कोई ओवरब्रिज, सिर्फ बाईपास ही पक्का सोल्यूशन है, ताकि जो लोकल संगत है, जो इतने नगर कीर्तन होंगे ने बाहर जाम लग जाता है, उस तो भी निजात मिलेगी और नगर कीर्तन या होर भी समागम ईजिली हो सकणगे। इस तरह जी मैं हुण तक मेरी उम्र काफ़ी है तो मैं भी सुनता आ रहा है कि बाईपास बन रहा है, बाईपास बन रहा है, बाईपास बन रहा है। अजे तक बाईपास की सुन रहे सन, ਹੁਣ ਅਚਾਨਕ ਇਹ ਮਤਲਬ ਨਵਾਂ ਖੇਲ ਜਿਹੜਾ ਹੋ ਰਿਹਾ ਹੈ ਕਿ ਇੱਥੋਂ ਮਤਲਬ ਰੋਡ ਨਿਕਲੇਗਾ 75 ਮੀਟਰ, ਉਹ ਵੀ ਛੋਟਾ ਮੋਟਾ ਨਹੀਂ। 75 ਮੀਟਰ ਜੇ ਅਸੀਂ ਦੇਖੋ ਜੀ ਪਾਕਿਸਤਾਨ ਤੋਂ ਆਏ ਤੇ ਮਿਹਨਤਾਂ ਕਰਕੇ ਅਸਾਂ ਜਗ੍ਹਾ ਬਣਾਈਆਂ, ਮੁਸ਼ਕਲਾਂ ਨਾਲ ਹੁਣ ਸੈੱਟ ਹੋਏ ਸੀ, ਹੁਣ ਸਾਨੂੰ ਫਿਰ ਉਜਾੜ ਰਹੇ ਨੇ। ਇਸ ਵਾਸਤੇ ਇਹ ਮੇਰੀ ਤੇ ਇਹ ਅਰਜ਼ ਹੈ ਕਿ ਇੱਥੋਂ ਬਾਈਪਾਸ ਬਣਨਾ ਚਾਹੀਦਾ ਹੈ। ਬਾਕੀ ਇੱਥੋਂ ਬਾਈਪਾਸ ਤੋਂ ਇਲਾਵਾ ਹੋਰ ਕੋਈ ਮਨਜ਼ੂਰ ਨਹੀਂ ਹੈ, ਕੁਛ ਵੀ ਬਾਈਪਾਸ ਬਣਨਾ ਚਾਹੀਦਾ ਜੀ। ਅਸੀਂ ਆਪਣੇ ਇੱਥੇ ਸੁਖਵੰਤ ਜੀ MLA ਨੇ, ਉਹਨਾਂ ਨੂੰ ਮਿਲਣ ਗਏ ਸੀ ਉਹਨਾਂ ਦੇ ਘਰ ਗੋਬਿੰਦਗੜ੍ਹ ਵਿਖੇ, ਤੇ ਉਹਨਾਂ ਨੂੰ ਅਸੀਂ ਆਪਣੇ ਦੱਸਿਆ ਬਈ ਇਹ ਜਿਹੜੀ ਗੱਲ ਹੈ ਪੈਸਿਆਂ ਦੀ ਨਹੀਂ ਹੈ, 3-4-5 ਕਰੋੜ ਦੀ ਗੱਲ ਨਹੀਂ ਹੈ। ਇਸ ਦੇ ਨਾਲ ਜਿਹੜੇ ਸਿੱਖ ਨੇ ਇਹਨਾਂ ਦੀਆਂ ਆਪਣੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਤੇ ਫਿਰ ਸਾਡੀ ਗੱਲ ਸੁਣਨ ਤੋਂ ਬਾਅਦ ਉਹਨਾਂ ਨੇ ਸਾਨੂੰ ਆਸਵਾਸਨ ਦਿੱਤਾ ਹੈ ਕਿ ਦੇਖੋ ਇੱਕ ਵਾਰ ਉਹ ਕੋਸ਼ਿਸ਼ ਹੋਰ ਕਰਨਗੇ। ਹੁਣ ਦੇਖੋ ਕਿਤਨਾ ਕੁ ਸਿੱਖ ਸੰਗਤਾਂ ਦਾ ਸਾਥ ਦਿੰਦੇ ਨੇ, ਇਹ ਤੇ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਤੁਹਾਨੂੰ ਕੀ ਉਹਨਾਂ ਦਿੱਤਾ ਹੈ ਵੈਸੇ? ਤੁਹਾਨੂੰ ਲੱਗਦਾ ਹੈ ਜੋ ਉਹਨਾਂ ਤਸੱਲੀ ਦਿੱਤੀ ਹੈ ਉਹ ਤਸੱਲੀ ਬਖਸ਼ ਹੈ? ਦੇਖੋ ਜੀ ਹੁਣ ਸਾਨੂੰ ਤੇ ਉਹਨਾਂ ਤੋਂ ਉਮੀਦ ਹੀ ਹੈ, ਅਸੀਂ ਸਾਰਿਆਂ ਨੇ ਰਲ ਮਿਲ ਕੇ ਇੱਕ ਹੋ ਕੇ ਆਪਣਾ ਸਿੱਖ ਭਰਾ ਸਮਝ ਕੇ ਉਹਨਾਂ ਨੂੰ ਅਸੀਂ MLA ਬਣਾਇਆ ਹੈ, ਜਿਤਾਇਆ ਹੈ, ਤੇ ਇਹ ਸਾਡੀਆਂ ਉਹਨਾਂ ਤੋਂ ਉਮੀਦਾਂ ਨੇ। ਅਸੀਂ ਆਸ ਕਰਦੇ ਹਾਂ ਕਿ ਉਹ ਸਾਡੀਆਂ ਉਮੀਦਾਂ ਤੇ ਖਰਾ ਉਤਰਨ। ਔਰ ਜੇ ਤੁਹਾਡੀਆਂ ਮੰਗਾਂ ਜੋ ਤੁਸੀਂ ਮੰਗ ਰਹੇ ਹੋ ਬਾਈਪਾਸ, ਜੇਕਰ ਪੂਰੀ ਨਹੀਂ ਹੁੰਦੀ, ਸਰਕਾਰ नहीं मनती और ज़बरदस्ती थे बढ़ाती है, तो की करोगे फिर? ਅਸੀਂ ਜੀ वो कुछ करेंगे, जो MLA MP के चुनाव जितना ही ट्रालियां भर के ले जाने हैं ना, इससे तो दोबारा आ जाएंगे, धरना देंगे, रोड जाम कराएंगे, सब कुछ कराएंगे। पक्का सोचिए है तो प्रशासन भी खिलाफ रहेगा? 100% ही हुआ है जी। ਇਹਨਾਂ ਦਾ ਆਸ਼ਵਾਸਨ ਸਭ ਝੂਠੇ ਨੇ, ਥੋੜੀ ਜਗ੍ਹਾ ਦਿਖਾ ਕੇ ਸਾਨੂੰ ਹੁਣ ਕਰ ਰਹੇ ਨੇ। ਅਸੀਂ 10 ਮੀਟਰ ਲਾਂਗੇ, ਲੈਣੀ ਉਹ 75 ਮੀਟਰ ਲੈਣੀ ਹੈ, ਤੇ ਨੋਟਿਸ ਜਿਹੜਾ ਹੈ 75 ਮੀਟਰ ਦਾ ਆ ਰਿਹਾ ਸਾਨੂੰ। ਹੁਣ ਇੱਕ ਵੀਰ ਜੀ ਕਹਿ ਰਹੇ ਕਿ 40 ਮੀਟਰ ਦਾ ਆਇਆ ਹੈ। ਕਿਤੇ ਰਾਮਗੜ੍ਹ ਵਾਸਤੇ ਕੋਈ ਸਪੈਸ਼ਲ ਲਿਖਿਆ ਹੋਵੇ ਤਾਂ ਦੱਸੋ ਸਾਨੂੰ ਭਾਈ। ਰਾਮਗੜ੍ਹ ਵਾਸਤੇ ਕੋਈ ਇਹਨਾਂ ਨੇ ਐਕਸਟਰਾ ਕਾਗਜ਼ ਕੱਢਿਆ ਹੋਏ ਜਿਸ ਵਿੱਚ ਖਾਲੀ 10 ਮੀਟਰ ਦਾ ਹੀ ਹੋਵੇ ਤੇ ਉਹ ਸਾਨੂੰ ਦੱਸ ਦੇਣ, ਅਸੀਂ ਮੰਨ ਲਾਂਗੇ ਇਹਨਾਂ। ਪ੍ਰਸ਼ਾਸਨ ਜੀ ਆਪ ਜੀ ਨੇ ਵੇਖਿਆ ਨਾ ਸਿਰਫ ਸਿੱਖਾਂ ਨੂੰ ਬਲਕਿ ਹਰ ਸਮਾਜ ਨੂੰ ਪਰੇਸ਼ਾਨੀ ਹੈ। ਸਰਬ ਸਮਾਜ ਦੀ ਇੱਥੇ ਮੀਟਿੰਗ ਚੱਲ ਰਹੀ ਹੈ, ਆਪਾਂ ਦੇਖਦੇ ਹਾਂ ਕੀ ਹੋ ਰਿਹਾ।
ਤੇ ਜਿਵੇਂ ਤੁਸੀਂ ਸਾਰਿਆਂ ਨੂੰ ਮੈਂ ਕਾਮਨ ਪੁੱਛਾਂ ਤੁਹਾਡੀ ਕੀ ਮੰਗ ਹੈ, ਮੈਨ ਮੰਗ ਕੀ ਤੁਹਾਡੀ ਮੈਨ ਮੰਗ? ਗੁਰਦੁਆਰਾ ਸਾਹਿਬ ਸਹੀ ਸਲਾਮਤ ਰਹਿਣੇ ਚਾਹੀਦੇ। ਹਾਂਜੀ ਗੁਰਦੁਆਰਾ ਨਹੀਂ ਟੁੱਟਣਾ ਚਾਹੀਦਾ। ਗੁਰਦੁਆਰਾ ਨਹੀਂ, ਇੱਕ ਇੱਟ ਵੀ ਨਹੀਂ ਹਿਲਣੀ ਚਾਹੀਦੀ ਹੈ ਜੀ, ਬਿਲਕੁਲ ਵੀ। ਜੀ ਜੀ ਹਾਂਜੀ ਬਾਈਪਾਸ ਨਿਕਲੇ। ਬਾਈਪਾਸ ਲਗਭਗ ਸਾਰਿਆਂ ਦੀ ਮੰਗ ਇਹੀ ਹੈ। ਹੋਰ ਵੀ ਮੈਂ यादव समाज ਦੇ ਹੋਰ ਵੀ ਲੋਕੀ ਨੇ ਕੋਸ਼ਿਸ਼ ਕਰਾਂਗੇ ਗੱਲ ਕਰਨ ਦੀ। शनि मंदिर, इसके साथ साथ करीब 3 से 1000 से ज़्यादा दुकानदार जो इस रोड पर अपना व्यवसाय, मकान, शोरूम, मकान, दुकानें आदि बनाकर कर रहे हैं, उन सब के बीच में संकट पैदा हो गया है। इन सब को बचाने के लिए रामगढ़ बचाओ संघर्ष समिति की एक सामूहिक मीटिंग आज यहाँ पर आहूत की जा रही है, जिसमें हमारे बीच में माननीय गुरुद्वारा साहब के प्रधान साहब हरपाल सिंह जी, माननीय खंड संघ चालक श्री रघुवीर प्रसाद जी भाई साहब, रघुवीर जी सोनी भाई साहब, और यादव समाज के अध्यक्ष श्री शमशेर सिंह जी यादव साहब हमारे बीच मौजूद हैं। और भी कोई पदाधिकारी किसी समाज से मौजूद हैं तो मेरे को बता दें। आर्य समाज, ये रह गए, आर्य समाज के हमारे प्रधान धर्मपाल जी भाई साहब ये हमारे बीच मौजूद हैं। ये सब हमारे न कि धर्म ध्वजा वाहक हैं, बल्कि जब जब समाज की कोई हानि होती है उन सब की रक्षार्थ जो रखे मठ पे बैठे हुए हैं वो प्रधान लोग हैं। रोड कह रहे 75 मीटर होगा, 75 मीटर में तो मैंने कल पैमाइश करके देखा था, हमारा मंदिर क्या सरदार जी के जो है वो उसके परे बाग के पास जा रहा था। कल मैंने फिता लेकिन नहीं पता, अगर इतना होगा इस साइड में नहीं पा तो मस्जिद तक जा रहा था। अगर इतना होगा तो हम सब सारा रामगढ़ साफ हो जाएगा। इसलिए हमारे विधायक जी से और सांसद से रिक्वेस्ट करते हैं कि हमारा मतलब बाईपास बने, इसको मतलब ऐसे रहने दे, बाईपास पे ब्रिज बन जाएगा, इसको ऐसे ये फाटक वाई हो जाएगा, जिसको जाना है तो बाईपास जाओ, नहीं तो इसके मुताबिक जाओ। मैं आपको थोड़ा सा बता दूं, बहुत से लोग ये सोच रहे हैं कि कल दिल्ली गए और वहाँ से क्या मिला क्या नहीं मिला। देखो मैं खुला बता दूं आपको, हम दिल्ली गए, व्यापारी ही गए थे, 4-5 ही लोग गए थे, ज़्यादा नहीं गए। रामगढ़ का एक व्यापारी है जिसका कुछ संपर्क था, वो हमें लेके गया। वहाँ जाकर के हमने बात रखी, जो भी बातें भाई साहब ने बताई ना, जितने भी यहाँ हमारे गुरुद्वारे से लेकर के और आपके जो सत्संग घर है वहाँ तक की सारे तो इन्होंने देव स्थान और पूजा घर ये सारे बता दिए। सारी हमने वो 75 मीटर वाली बात उनके सामने रख दी, साहब 75 मीटर जगह एक साइड में ले रहे हैं, वो भी उन्होंने सुनी। फिर उसका हमने सबूत दिखाया, मोबाइल में लक्की भाई साहब ने खोल करके दिखाया और उनको ये भी बताया कि साहब हमारे तो वहाँ 75 मीटर तक की भूमि की रजिस्ट्रियाँ ही बंद कर दी। यहाँ भी जब वो बताया तो उनको ये एकदम से अटपटा लगा और उन्होंने कहा कि भाई मेरे को दिखाओ कहाँ है तुम्हारे पास में ऐसा कोई सबूत। तो मोबाइल खोल के दिखाया तो उन्होंने उसकी फ़ोटोकॉपी करवा के रखी है और ये कहा कि भाई ये तो मामला गड़बड़ है, तुम्हारे राजस्थान का है, हमारे तो कहीं भी 75 मीटर की जगह का ऐसा नहीं है। फिर भाई साहब ने बताया कि साहब जो हम गए तो थे माननीय नितिन जी गडकरी के पास, लेकिन वो तो वहाँ है नहीं। उनका जो जनरल सेक्रेटरी था उससे बात हुई है और उस सेक्रेटरी को ये सारी चीज़ें बताई, उसने इस चीज़ को माना है कि वास्तव में ये तो गलत हो रहा है अगर 75 मीटर भूमि जारी है तो। वरना पहले तो उसने भी, जैसे विधायक कह रहा है ना कि एक भी ईंट किसी की नहीं हटेगी, उसने क्लियर यही कहा था कि किसी का कोई भी नुकसान नहीं होगा और आप चिंता मत करो। लेकिन जब वो चीज़ें हमने दिखाई उनको साबित, तो उसने माना कि ये वास्तव में गलत हो रहा है, इसकी बजाय तो बाईपास बनना चाहिए। तो उन्होंने यही कहा लास्ट में घूम फिर करके कि साहब आप अपने विधायक से कहो और वो बाईपास के लिए तैयारी करवाएं और हम भी देखते हैं। तो उन्होंने एक आश्वासन दिया है कि हमारे यहाँ से अगर कागज़ कंप्लीट हो जाएंगे तो बाद में कुछ भी नहीं हो सकता, इसलिए हम उन कागज़ों को अभी रोक देते हैं और आप अपने विधायक से, सांसद से मिल करके अपनी जो भी बाईपास की योजना है उनके ऊपर बात कर लें। ये हमें वहाँ से आश्वासन मिला है। आप सबको नमस्कार। मेरे सरदार भाइयों को वाहिगुरु जी का खालसा, वाहिगुरु जी की फतेह। हम जो है कई दिन से इस प्रकरण में लग रहे हैं कि हमारा बाईपास निकलना चाहिए। कल हम सुखवंत जी के पास गए थे, हमारे साथ वो पाटा से इंद्रजीत सिंह जी भी हमारे साथ ही गए थे, लेकिन हमको उन्होंने आश्वासन दिया है कि हम पहले तो पूरी कोशिश करेंगे बाईपास निकलने की और निकाल के ही रहेंगे।
पूरी कोशिश है हमारी, जी जान लगा देंगे, हम निकाल देंगे। तो उन्होंने बोला कि ये यहाँ से अंदर से आएगी, 4 लेन बनेगी, जिसमें अंडरपास भी होगा और ओवर ब्रिज भी बनेगा, जो कि ऊपर से जाएगा, उधर वो परली तरफ उतरेगा अपने बाईपास। तो इसलिए उन्होंने बोला कि पहली कोशिश हम करेंगे कि बाईपास ही निकलेगा, लेकिन अब देखो जी वो क्या कहते हैं, कोशिश तो कर रहे हैं, लेकिन निकल जाए तो बढ़िया है, सबके लिए बढ़िया है, नहीं तो बहुत नुकसान हो जाएगा, सबका ही नुकसान होगा। एक गुरुद्वारा साहब का नहीं होएगा, सबका ही होएगा, बिल्कुल जड़ से ही ख़त्म हो जाएंगे, कुछ भी नहीं बचेगा। भाई हमारा विरोध कोई इसलिए नहीं है कि रामगढ़ की तरक्की से हमको कोई आपत्ति है, भाई हम ये चाहते हैं तरक्की हो, लेकिन कहते हैं ना कि यदि लोगों का अहित करके तरक्की होती है तो वो तरक्की थोड़ी है, सभी का हित साधना चाहिए। अगर बाईपास से लोगों का लाभ होता है तो उस बाईपास की समीक्षा पुनः हो और उसका सीमांकन पुनः हो। सर मेरा एक सवाल है। हाँ जी। आपका ऑप्शन 3 है, अंडरपास, ओवरब्रिज और बाईपास। हाँ जी। आप ज़्यादा इंपॉर्टेंस किसको देते हैं, प्रायोरिटी पर क्या है? भाई मैं तो ये मानता हूँ यदि इस सड़क का लिंक रामगढ़ से रखेंगे, क्योंकि गवर्नमेंट कहती है कि रेलवे वाले 27 तक मानव रहित हो जाएंगे सारे फाटक, तो उसके तहत ये फाटक पर मानव रहित का मतलब ये पुल बनना या अंडरपास होना, इसका ये विकल्प है। इसमें तो मैं कोई अपनी तरफ से नहीं बोल रहा हूँ। बाकी अगर जब बाईपास बनेगा तो उस पर ओवरब्रिज ऊंचा बनाओ ना, कौन मना कर रहा है। 75 मीटर का एक साइड से जो एरिया जाएगा उसका 240 एक साइड में पड़ता है, दूसरी साइड में भी 240 पड़ता है, तो फिर ये पूरा का पूरा रामगढ़ शहर है, इसका मकानों की खसा पड़ा है। इसमें से दोनों गाँव से इधर बस्ती कॉलोनी है, आगे कृष्णा कॉलोनी है और काफ़ी कॉलोनी है, इधर साइड में ये सुंदर कॉलोनी, इधर ये आ रही है दशमेश कॉलोनी, सब में मकाने बने पड़े हैं। इस प्रकार की ये जो इस चीज़ को देखते हुए जो अपने एमएलए है और वो लोकसभा के मेंबर हैं भूपेंद्र सिंह जी, तो उनको भी इस चीज़ का पता है, और पता होने के साथ में भी फिर इतनी तगड़ी, इतनी स्थिति को बिगाड़ते हुए और इतने परेशानी के लिए तो उनको थोड़ा सा इस पे कर रहे हैं वो भी प्रयत्न है। और करके नहीं, हमारी भी एक बात हुई थी तो उस टाइम 25 तारीख को वो गए थे बंगाल में, तो वहाँ से आएंगे, आने के बाद में ईश्वर ने चाहा तो इसका सबका सहयोग रहा तो इसका समाधान हो जाए। से लेकर भिवाड़ी तक और अलवर से लेकर भरतपुर तक कहीं पर भी किसी सिटी के हाट पर इस प्रकार का कुठाराघात नहीं किया जा रहा है। जो रेलवे फाटक संख्या 95 पर ये ओवरब्रिज के लिए प्रस्ताव लेकर आ रहे हैं, हमें ओवरब्रिज नहीं चाहिए, हमें अंडरपास एफिशिएंट है। अगर गुड़गांव चलते हैं, गुड़गांव में बहुत अच्छा अंडरपास है जहां डेली के कम से कम 2.5 लाख वाहन निकलते हैं। 2.5 लाख वाहन किसको कहते हैं? 6 लेन की आवृत्ति की प्रक्रिया का जो तैयारी करके यहाँ से वो भेजेंगे, उसके बाद वो संपत्तियाँ जो रोड साइड में दुकानदार हैं या जिनके ये चौड़ीकरण में जो आएंगी वो सब भारत सरकार में निहित हो जाएगी। ऐसी स्थिति होने में जिस व्यक्ति ने अपने जीवन की जमा पूंजी खुद को परिवार खड़े करने में लगा दी और उसको करने में लगा दी, वो व्यक्ति रोड पर आ जाएगा, उसका कोई अस्तित्व नहीं बचेगा। इसके लिए अब हम कानूनी रूप से लड़ाई लड़ रहे हैं। इसके साथ साथ माननीय विधायक जी, सांसद महोदय जी और अन्य जहाँ पर भी स्थिति बनेगी, चाहे मुख्यमंत्री जी से व्यक्तिगत समय लेकर के जाए रामगढ़ का व्यापारी वर्ग और सभी लोग मिलकर के, चाहे अन्य जो भी उपाय होंगे उन सबको हम इख्तियार करेंगे और आगे बढ़ेंगे। तो शासक जी अभी ने देखा सारे समाज, कोई सिख समाज ही नहीं, सारे समाज हाथ ने कई मंदिर जा रहे हैं, गुरुद्वारा साहब भी जा रहे हैं। तो जो लास्ट जी वीर जी ने बोलिया बड़ा पॉजिटिव रुझान है, बड़ा पॉजिटिव न्यूज़ है वाली कि उन्होंने पूरा आश्वासन दिता है कि ऐसा नहीं होएगा, और अभी भी सारे अरदास करते हैं कि ऐसा ना होए। जाओ जाओ जाओ, रख दे फीता, चलो खिंचो 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 खिंचो, छोड़ दे ना शांत होते। अरे यार नहीं, चल आप निकाल जाओ। 50 फुट इधर आ रहे हैं। 50 फुट, हाँ। फिर कितने फुट हो गया? कितने फुट हो गए थे? 100 फुट। निशान लगा थे, पैर रख लो, निशान लगा लो। इतना 0 1 नंबर थे ले आओ हम इतों दोबारा शुरू करो। एक तो हाँ जी खींचो, इस साइड गेट
ये 33 फुट इतने आ रहे हैं। और अगर 175 फुट लेंगे आप पूरा 175 फुट है फिर कितना बनाना चाहिए? ये जी 180 फुट 80 से 75 से टोटल कितना है? 100 पीछे रह गया तो 82 है, 182 182 होगा कितना 200 और आना चाहिए 246 यानी कि 18 46 ते जी 46 56 ਤੇ 66 ਉਹ ਉੱਥੇ ਤੱਕ ਸਾਫ मतलब पर लगना मैं गुरु साहब जो स्वरूप है अंडर इधर जा रहे हैं बिल्कुल आए बिल्कुल जाओ उधर। और इन्नी की बेनती प्रवान करनी हुई भुलना दिखी मां वाहिगुरू जी का खालसा वाहिगुरू जी की फतेह।